एवरीबॉडी ਅੱਜ ਦੀ ਮੇਰੀ ਵੀਡੀਓ ਡੈਡੀਕੇਟਡ ਹੈ ਮੇਰੀ ਪੰਜਾਬੀ ਆਡੀਅנס ਨੂੰ। ਮਹੀਨਾ ਪਹਿਲਾਂ ਮੈਂ ਆਪਣੀ ਪਹਿਲੀ ਪੰਜਾਬੀ ਵੀਡੀਓ ਰਿਲੀਜ਼ ਕੀਤੀ ਸੀ। ਉਹਦੇ ਵਿੱਚ ਜਿੰਨੇ ਸਾਡੇ ਇੰਟਰਨੈਸ਼ਨਲ ਵਿਦਿਆਰਥੀ ਇੰਡੀਆ ਪਾਕਿਸਤਾਨ ਤੋਂ ਇੱਥੇ ਕੈਨੇਡਾ ਆਉਂਦੇ ਨੇ, ਆਉਣ ਤੋਂ ਬਾਅਦ ਉਹ ਕੀ ਪ੍ਰੋਬਲਮਾਂ ਫੇਸ ਕਰਦੇ ਨੇ ਉਹਦੇ ਬਾਰੇ ਮੈਂ ਗੱਲਬਾਤ ਕਰੀ ਸੀ। ਤੇ ਮੇਰੀ ਜਿੰਨੀ ਵੀ ਪੰਜਾਬੀ ਆਡੀਅנס ਜਿਹੜੀ ਮੇਰੇ ਇੰਡੀਆ ਪਾਕਿਸਤਾਨ ਪੰਜਾਬ ਤੋਂ ਮੈਨੂੰ ਫੋਲੋ ਕਰਦੀ ਹੈ, ਉਹਨਾਂ ਦੇ ਕੁਝ ਸਵਾਲ ਸੀ, ਉਹ ਉਹਨਾਂ ਨੇ ਮੈਨੂੰ ਇਨਬਾਕਸ ਕੀਤੇ ਸੀ ਤੇ ਉਹਨਾਂ ਦੀ ਰਿਕੁਐਸਟ ਸੀ ਕਿ ਜਿੰਨੇ ਵੀ ਸਾਡੇ ਇਸ਼ੂ ਹੈਗੇ ਨੇ ਉਹ ਤੁਸੀਂ ਪੰਜਾਬੀ ਦੇ ਵਿੱਚ ਐਡਰੈਸ ਕਰੋ। ਤੇ ਮੈਂ ਕਿਹਾ ਹੁਣ ਮੈਂ ਆਪਣੀ ਪੰਜਾਬੀ ਸੀਰੀਜ਼ ਦੀ ਦੂਜੀ ਵੀਡੀਓ ਰਿਲੀਜ਼ ਕਰਾਂ ਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਉਹ ਮੇਰੀ ਪੰਜਾਬੀ ਆਡੀਅנס ਨੂੰ ਡੈਡੀਕੇਟਡ ਹੈਗੀ ਹੈ। ਉਹਨਾਂ ਦੇ ਮੇਰੇ ਕੋਲੋਂ 3 ਸਵਾਲ ਸੀਗੇ। ਪਹਿਲਾ ਸਵਾਲ ਇਹ ਸੀਗਾ ਕਿ ਜਦੋਂ ਅਸੀਂ ਕੈਨੇਡਾ ਦਾ ਵਿਜ਼ਿਟ ਵੀਜ਼ਾ ਲਾ ਲਈਏ ਤੇ ਇੱਥੇ ਲਾ ਕੇ ਆਪਾਂ ਉਹਨੂੰ LMIA ਦੇ ਵਿੱਚ ਕਨਵਰਟ ਕਰ ਸਕਦੇ ਨੇ। ਦੂਜਾ ਸਵਾਲ ਜਿਹੜਾ ਮੈਨੂੰ ਪੁੱਛਿਆ ਜਾਂਦਾ ਉਹ ਇਹ ਹੈ ਕਿ ਆਪਾਂ ਇੱਥੇ ਕੈਨੇਡਾ ਆ ਕੇ ਟਰੈਕਿੰਗ ਇੰਡਸਟਰੀ ਜੁਆਇਨ ਕਰਨਾ ਚਾਹੁੰਦੇ ਨੇ, ਉਹਦਾ ਕੀ ਪ੍ਰੋਸੈਸ ਹੈਗਾ। ਤੇ ਤੀਜਾ ਸਵਾਲ ਮੇਰੇ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਕੋਈ ਪ੍ਰਾਪਰਟੀ ਬਾਏ ਕਰੀਏ ਵਿਜ਼ਿਟ ਵੀਜ਼ਾ ਤੇ ਆ ਕੇ ਤੇ ਉਹਦਾ ਕੀ ਪ੍ਰੋਸੈਸ ਹੈਗਾ, ਕੈਨੇਡਾ ਦੇ ਵਿੱਚ ਪ੍ਰਾਪਰਟੀ ਬਾਏ ਕਰਨਾ ਦਾ ਕੀ ਪ੍ਰੋਸੈਸ ਹੈਗਾ, ਤੇ ਪ੍ਰਾਪਰਟੀ ਬਾਏ ਕਰਨ ਤੋਂ ਬਾਅਦ ਅਸੀਂ ਇੱਥੇ ਪੱਕੇ ਹੋ ਸਕਦੇ ਕਿ ਨਹੀਂ। ਤੇ ਇਸ ਵੀਡੀਓ ਦੇ ਵਿੱਚ ਮੈਂ ਇਨੀ 3 ਟੌਪਿਕਾਂ ਤੇ ਗੱਲਬਾਤ ਕਰਾਂਗਾ। ਅੱਜਕੱਲ ਜਿਹੜਾ ਸਵਾਲ ਮੈਨੂੰ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਉਹ ਇਹ ਹੁੰਦਾ ਹੈ ਕਿ ਜਦੋਂ ਅਸੀਂ ਕੈਨੇਡਾ ਦਾ ਵਿਜ਼ਿਟ ਵੀਜ਼ਾ ਲਾ ਕੇ ਇੱਥੇ ਕੈਨੇਡਾ ਆ ਜਾਈਏ ਤੇ ਆਉਣ ਤੋਂ ਬਾਅਦ ਆਪਾਂ ਉਸ ਵੀਜ਼ੇ ਨੂੰ LMIA ਦੇ ਵਿੱਚ ਕਨਵਰਟ ਕਰ ਸਕਦੇ ਨੇ। ਇਹਦਾ ਜਵਾਬ ਇਹ ਹੈ ਕਿ ਤੁਸੀਂ ਉਹਨੂੰ LMIA ਦੇ ਵਿੱਚ ਕਨਵਰਟ ਕਰ ਸਕਦੇ ਹੋ, ਬਟ ਇਹਦੀ ਜਿਹੜੀ ਕਾਸਟ ਹੈਗੀ ਉਹ $35,000 ਤੋਂ ਲੈ ਕੇ $40,000 ਤੋਂ ਵੈਰੀ ਕਰਦੀ ਹੈ, ਡਿਪੈਂਡ ਤੁਸੀਂ ਕਿਸ ਕਿਸਮ ਦਾ ਪ੍ਰੋਫੈਸ਼ਨ ਜਿਹੜਾ ਹੈਗਾ ਉਹ ਜੁਆਇਨ ਕਰ ਰਹੇ ਹੋ। ਤੇ ਮੇਰਾ ਮਸ਼ਵਰਾ ਆਪਣੇ ਭਰਾਵਾਂ ਨੂੰ ਇਹੀ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਹੋ, ਤੁਸੀਂ ਇੱਥੇ ਇੱਕ ਜਿਹੜੀ ਇੰਜੀਨੀਅਰਿੰਗ ਦੀ ਜੌਬ ਲੱਭ ਰਹੇ ਹੋ, ਤੁਸੀਂ ਫਾਰਮਰ ਹੈਗੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਹਾਡੀ ਸੈਲਰੀ $8,000 ਤੋਂ ਲੈ ਕੇ $12,000 ਦੇ ਵਿੱਚ ਵੈਰੀ ਕਰ ਸਕਦੀ ਹੈ ਕੈਨੇਡਾ ਦੇ ਵਿੱਚ, ਤੇ ਤੁਸੀਂ LMIA ਬਾਏ ਕਰੋ, ਉਦੋਂ ਤੁਹਾਡੀ 6 ਮਹੀਨੇ ਦੀ ਜਿਹੜੀ ਸੈਲਰੀ ਹੁੰਦੀ ਹੈ ਉਹ ਤੁਹਾਡੀ ਕਾਸਟ ਕਢਾ ਦੇਂਗੀ। ਉਹਦੇ ਬਾਅਦ ਜਿਹੜੇ 2.5 ਸਾਲ ਹੈਗੇ ਨੇ ਤੁਹਾਡੇ LMIA ਦੇ ਵਿੱਚ ਉਹਦੇ ਵਿੱਚ ਤੁਸੀਂ ਸੇਵਿੰਗ ਕਰ ਲਓ, ਜਾਂ ਤੁਸੀਂ ਅੱਗੇ PR ਅਪਲਾਈ ਕਰਨਾ ਹੈ ਤੇ ਉਹਦੇ ਵੱਲੋਂ ਤੁਸੀਂ ਦੇਖ ਸਕਦੇ ਹੋ। ਤੇ ਕੋਸ਼ਿਸ਼ ਇਹੀ ਕਰੋ ਕਿ ਜਦੋਂ ਤੁਹਾਡੇ ਕੋਲੋਂ ਕੋਈ ਪ੍ਰੋਫੈਸ਼ਨਲ ਜੌਬ ਹੈਗੀ ਹੈ ਤੇ ਤੁਸੀਂ LMIA ਜ਼ਰੂਰ ਲਓ। ਇੱਥੇ ਆ ਕੇ ਆਪਾਂ ਅਗਰ ਤੁਸੀਂ ਇੱਥੇ ਲੇਬਰ ਜੌਬ ਕਰਨੀ ਹੈ, ਲੇਬਰ ਜੌਬ ਦੀ ਜਿਹੜੇ ਇੱਥੇ ਪਰ ਆਵਰ ਇਨਕਮ ਹੈਗੀ ਹੈ ਉਹ $16 ਤੇ $18 ਹੈਗੀ। ਉਹਦੇ ਵਿੱਚ ਨਾ ਤੁਹਾਡੀ ਇੱਥੇ ਲਿਵਿੰਗ ਹੋ ਸਕਦੀ ਹੈ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਕਾਸਟ ਆਫ ਲਿਵਿੰਗ ਕਾਫੀ ਹਾਈ ਹੋ ਗਈ ਹੈ। ਸੈਸ਼ਨ ਦੇ ਬਾਅਦ ਇੱਥੇ ਕੈਨੇਡਾ ਦੇ ਵਿੱਚ ਕਾਸਟ ਆਫ ਲਿਵਿੰਗ ਕਾਫੀ ਹਾਈ ਹੋ ਗਈ ਹੈ। ਤੇ ਤੁਸੀਂ ਅਗਰ ਇੱਥੇ ਆ ਕੇ LMIA ਦੇ ਵਿੱਚ ਤੁਸੀਂ ਅਗਰ ਲੇਬਰ ਜੌਬਾਂ ਕਰੋਗੇ ਤਾਂ ਤੁਹਾਡੇ ਲਈ ਸਰਵਾਈਵਲ ਵਾਸਤੇ ਕਾਫੀ ਮੁਸ਼ਕਿਲ ਹੋਣੀ। ਤੇ ਇਸ ਵਾਸਤੇ ਤੁਸੀਂ ਜਦੋਂ ਵੀ LMIA ਦਾ ਸੋਚੋ ਤੇ ਕੋਸ਼ਿਸ਼ ਇਹੀ ਕਰੋ ਕਿ ਕਿਸੇ ਪ੍ਰੋਫੈਸ਼ਨਲ ਜੌਬ ਦੇ ਵਿੱਚ ਜਾਓ। LMIA ਬਾਏ ਕਰਕੇ ਇੱਥੇ ਲੇਬਰ ਜੌਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਦੱਸ ਚੁੱਕਾ ਕਿ ਜਿਹੜੀ ਲੇਬਰ ਜੌਬ ਹੁੰਦੀ ਹੈ ਉਹ ਹੁੰਦੀ ਹੈ ਕਿ ਜੋ ਇੱਥੇ ਕੈਨੇਡਾ ਦੀ ਬੇਸਿਕ ਪੇ ਹੈਗੀ, ਅਗਰ ਤੁਸੀਂ ਉਸ ਬੇਸਿਕ ਪੇ 'ਤੇ ਕੰਮ ਕਰਦੇ ਹੋ ਤੇ ਉਸ ਪੇ ਨੂੰ ਇੱਥੇ ਲੇਬਰ ਜੌਬ ਕਹਿੰਦੇ ਨੇ। ਤੇ ਬਿਹਤਰ ਇਹ ਹੈਗਾ ਕਿ ਤੁਸੀਂ ਕਿਹੜੀ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਜਾਓ, ਫਿਰ ਤੁਹਾਡਾ ਇਨਵੈਸਟ ਕਰਨਾ LMIA 'ਤੇ ਬਣਦਾ ਹੈ। ਅਦਰਵਾਈਜ਼ ਅਗਰ ਤੁਸੀਂ ਇੰਨਾ ਹੀ ਪੈਸਾ ਲਾਣਾ ਹੈ ਤੇ ਸਟੂਡੈਂਟ ਵੀਜ਼ਾ 'ਤੇ ਲਾਓ, ਇੱਥੇ ਆ ਕੇ ਸਟੂਡੈਂਟ ਪੜ੍ਹੋ, ਉਹਦੇ ਬਾਅਦ ਆਪਣੀ 2 ਸਾਲਾਂ ਦੀ ਪੜ੍ਹਾਈ ਪੂਰੀ ਕਰਕੇ ਤੇ ਫਿਰ ਤੁਸੀਂ PR ਅਪਲਾਈ ਕਰ ਲਓ, ਜਾਂ ਤੁਸੀਂ ਇੱਥੇ ਪੱਕੇ ਹੋਣਾ ਜੋ ਵੀ ਤੁਹਾਡਾ ਪਲਾਨ ਹੈਗਾ ਉਸ ਦੇ ਬਾਅਦ ਤੁਸੀਂ ਉਹਨੂੰ ਕੰਟੀਨਿਊ ਕਰੋ। ਦੂਜਾ ਸਵਾਲ ਜਿਹੜੇ ਮੇਰੇ ਵੀਰ ਮੈਨੂੰ ਪੁੱਛਦੇ ਨੇ ਕਿ ਆਪਾਂ ਇੱਥੇ ਆ ਕੇ ਕੈਨੇਡਾ ਦੇ ਵਿੱਚ ਟਰੈਕਿੰਗ ਇੰਡਸਟਰੀ ਜੁਆਇਨ ਕਰਦੀ ਹੈ। ਟਰੈਕਿੰਗ ਇੰਡਸਟਰੀ ਦਾ ਕੈਨੇਡਾ ਦੇ ਵਿੱਚ ਸ਼ੁਰੂ ਤੋਂ ਵੱਡਾ ਕੰਮ ਹੈਗਾ। ਰੀਜ਼ਨ ਉਹਦਾ ਇਹ ਹੈਗਾ ਕਿ ਕੈਨੇਡਾ ਜਿਹੜਾ ਹੈਗਾ ਉਹ ਕੰਟਰੀ ਉਹ ਬਾਰਡਰ ਸ਼ੇਅਰ ਕਰਦਾ ਅਮਰੀਕਾ ਦੇ ਨਾਲ, ਤੇ ਮੈਕਸੀਕੋ ਅੱਗੇ ਸ਼ੇਅਰ ਕਰਦਾ ਅਮਰੀਕਾ ਦੇ ਨਾਲ, ਤੇ ਇਹ 3 ਕੰਟਰੀਆਂ ਰੋਡਾਂ ਵਿੱਚ ਇੰਟਰ ਕਨੈਕਟਡ ਹੈਗੀਆਂ ਨੇ। ਤੇ ਇੱਥੇ ਕਾਫੀ ਪੰਜਾਬੀ ਆਪਣੇ ਆ ਕੇ ਇੱਥੋਂ ਕੈਨੇਡਾ ਤੋਂ ਲੋਡ ਲੈ ਕੇ ਅਮਰੀਕਾ ਵੀ ਜਾਂਦੇ ਨੇ, ਅਮਰੀਕਾ ਤੋਂ ਮੈਕਸੀਕੋ ਵੀ ਜਾਂਦੇ ਨੇ। ਤੇ ਜਿਹੜੀ ਪੇ ਹੈਗੀ ਹੈ ਉਹ ਲੋਡ ਟੂ ਲੋਡ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੇ ਦੂਰ ਦਾ ਟ੍ਰਿਪ ਲਾਇਆ। ਜਿੰਨਾ ਤੁਸੀਂ ਦੂਰ ਦਾ ਟ੍ਰਿਪ ਲਾਓਗੇ ਉਨੇ ਤੁਹਾਡੇ ਪੈਸੇ ਬਣਨੇ ਨੇ। ਇੱਥੇ ਆ ਕੇ ਟਰੈਕਿੰਗ ਇੰਡਸਟਰੀ ਜੁਆਇਨ ਕਰਨੇ ਦੇ 3 ਤਰੀਕੇ ਹੈਗੇ ਨੇ। ਪਹਿਲਾ ਇਹ ਹੈ ਕਿ ਤੁਸੀਂ ਕਿੱਥੇ ਅਗਰ ਇੰਡੀਆ ਦੇ ਵਿੱਚ ਟਰੈਕਿੰਗ ਕਰਦੇ ਹੋ, ਤੁਹਾਡੇ ਕੋਲੋਂ ਇੰਡੀਆ ਦਾ ਟਰੈਕਿੰਗ ਲਾਇਸੈਂਸ ਹੈਗਾ, ਉਹ ਲਾਇਸੈਂਸ ਤੁਸੀਂ ਇੱਥੇ ਲਾ ਕੇ ਉਹਨੂੰ ਇਹਦੇ ਓਨਟਾਰੀਓ ਦੇ ਲਾਇਸੈਂਸ 'ਤੇ ਵੱਲ ਕਨਵਰਟ ਕਰ ਸਕਦੇ ਹੋ ਆਫਟਰ ਗਿਵਿੰਗ ਅ ਰੋਡ ਟੈਸਟ ਐਂਡ ਨੌਲੇਜ ਟੈਸਟ। ਇਹ ਹੈਗਾ ਪਹਿਲਾ ਆਪਸ਼ਨ। ਦੂਜਾ ਆਪਸ਼ਨ ਜਿਹੜੇ ਸਾਡੇ ਵੀਰ ਜਿਹੜੇ ਮਿਡਲ ਈਸਟ ਦੇ ਵਿੱਚ ਦੁਬਈ ਜਾਂ ਸਾਊਦੀ ਦੇ ਵਿੱਚ ਲੈਫਟ ਹੈਂਡ ਡਰਾਈਵ ਦੇ ਟਰੱਕ ਚਲਾਉਂਦੇ ਨੇ, ਉਹ ਇੱਥੇ ਆ ਕੇ ਆਪਣੇ ਲਾਇਸੈਂਸ ਨੂੰ ਇੱਥੇ ਕਨਵਰਟ ਕਰ ਸਕਦੇ ਨੇ। ਤੇ ਤੀਜਾ ਆਪਸ਼ਨ ਇਹ ਹੈਗਾ ਕਿ ਤੁਸੀਂ ਇੱਥੇ ਆਓ, ਆ ਕੇ ਇੱਥੇ ਜਿਹੜੇ ਟਰੈਕਿੰਗ ਇੰਡਸਟਰੀ ਦੇ ਇੰਸਟੀਟਿਊਸ਼ਨ ਹੈਗੇ ਨੇ ਉਹਨਾਂ ਨੂੰ ਜੁਆਇਨ ਕਰੋ। ਉਹਦੀ ਫੀਸ $5,000 ਤੋਂ ਲੈ ਕੇ $7,000 ਤੋਂ ਵੈਰੀ ਕਰਦੀ ਹੈ। ਆ ਕੇ ਇੱਥੇ ਕੈਨੇਡਾ ਦੇ ਜਿੰਨੇ ਵੀ ਟਰੈਕਿੰਗ ਦੇ ਰੂਲ ਹੈਗੇ ਨੇ ਉਹਦੇ ਵਿੱਚ ਤੁਸੀਂ ਐਡਮਿਸ਼ਨ ਲੈ ਕੇ ਉਹ ਸਿੱਖੋ। ਸਿੱਖਣ ਦੇ ਬਾਅਦ ਤੁਸੀਂ ਇੱਥੇ ਲਾਇਸੈਂਸ ਦੇ ਸਕਦੇ ਹੋ, ਤੇ ਲਾਇਸੈਂਸ ਦੇ ਬਾਅਦ ਤੁਸੀਂ ਇੱਥੇ ਟਰੈਕਿੰਗ ਇੰਡਸਟਰੀ ਜੁਆਇਨ ਕਰ ਸਕਦੇ ਹੋ। ਟਰੈਕਿੰਗ ਇੰਡਸਟਰੀ ਦਾ ਕੰਮ ਕੈਨੇਡਾ ਦੇ ਵਿੱਚ ਕਾਫੀ ਹੈਗਾ। ਔਨ ਐਵਰੇਜ ਕੈਨੇਡਾ ਦੇ ਵਿੱਚ ਇੱਕ ਟਰੱਕਰ ਮਹੀਨੇ ਦਾ 8,000 ਤੋਂ ਲੈ ਕੇ $12,000 ਤੇ $16,000 ਤੱਕ ਬਣਾ ਸਕਦਾ ਹੈ।
ਅਗੇਨ ਡਿਪੈਂਡਿੰਗ ਔਨ ਤੁਸੀਂ ਕਿੰਨਾ ਲੰਬਾ ਰੂਟ ਲਾ ਰਹੇ ਹੋ। ਕੈਨੇਡਾ ਤੋਂ ਤੁਸੀਂ ਅਗਰ ਮੈਕਸੀਕੋ ਜਾ ਰਹੇ ਹੋ ਜਾਂ ਅਮਰੀਕਾ ਦੇ ਕਿਸੇ ਦੂਰ ਪ੍ਰੋਵਿੰਸ ਤੇ ਜਾ ਰਹੇ ਹੋ ਤੇ ਤੁਹਾਡੇ ਪੈਸੇ ਉਸ ਹਿਸਾਬ ਤੋਂ ਵੱਧ ਜਾਵਾਂਗੇ। ਤੀਜਾ ਜਿਹੜਾ ਸਵਾਲ ਮੁਝ ਤੋਂ ਪੰਜਾਬੀ ਪੁੱਛਦੇ ਨੇ ਉਹ ਇਹ ਹੈ ਕਿ ਅਸੀਂ ਕੈਨੇਡਾ ਦੇ ਵਿਜ਼ਿਟ ਵੀਜ਼ਾ ਤੇ ਆ ਕੇ ਇੱਥੇ ਪ੍ਰੋਪਰਟੀ ਬਾਏ ਕਰ ਸਕਦੇ ਹਾਂ। ਇਹਦਾ ਜਵਾਬ ਹੈਗਾ ਤੁਸੀਂ ਬਿਲਕੁਲ ਪ੍ਰੋਪਰਟੀ ਬਾਏ ਕਰ ਸਕਦੇ ਹੋ, ਬਟ ਐਜ਼ ਇਫ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਪ੍ਰੋਪਰਟੀ ਬਾਏ ਕਰ ਰਹੇ ਹੋ ਔਨ ਵਿਜ਼ਿਟ ਵੀਜ਼ਾ, ਉਹ ਕੰਸੀਡਰ ਹੋਗੀ ਤੁਹਾਡੀ ਇੰਟਰਨੈਸ਼ਨਲ ਪ੍ਰੋਪਰਟੀ ਇੰਟਰਨੈਸ਼ਨਲ ਇਨਵੈਸਟਮੈਂਟ। ਤੇ ਜਦੋਂ ਕੋਈ ਲੋਕਲ ਬੰਦਾ ਇੱਥੇ ਕੈਨੇਡਾ ਦੇ ਵਿੱਚ ਪ੍ਰੋਪਰਟੀ ਬਾਏ ਕਰਦਾ ਹੈ ਉਹਨੂੰ ਪ੍ਰੋਪਰਟੀ ਦੇ ਉੱਤੇ 13% ਟੈਕਸ ਦੇਣਾ ਪੈਂਦਾ ਹੈ। ਤੇ ਤੁਸੀਂ ਅਗਰ ਇੱਥੇ ਵਿਜ਼ਿਟ ਵੀਜ਼ਾ ਤੇ ਆ ਕੇ ਪ੍ਰੋਪਰਟੀ ਬਾਏ ਕਰੋਗੇ ਤਾਂ ਤੁਹਾਨੂੰ ਡਬਲ ਟੈਕਸ ਦੇਣਾ ਪਏਗਾ, ਜਿਹੜਾ ਹੋ ਜਾਂਦਾ ਹੈ 26% ਟੈਕਸ। ਤੇ ਲੈਟਸ ਸੇ ਅਗਰ ਤੁਸੀਂ 1 ਮਿਲੀਅਨ ਦੀ ਤੁਸੀਂ ਪ੍ਰੋਪਰਟੀ ਬਾਏ ਕੀਤੀ ਹੈਗੀ ਹੈ ਤੇ ਉਹਦੇ ਉੱਤੇ ਤੁਸੀਂ 26% ਜਿਹੜਾ ਹੈਗਾ ਉਹ ਇੰਟਰਨੈਸ਼ਨਲ ਇਨਵੈਸਟਮੈਂਟ ਟੈਕਸ ਦਿਓਗੇ। ਇਹ ਰੂਲ ਲਾਸਟ ਈਅਰ ਹੀ ਇੱਥੇ ਕੈਨੇਡਾ ਦੇ ਵਿੱਚ ਲਾਗੂ ਹੈ, ਕਿਉਂਕਿ ਕਾਫੀ ਲੋਕ ਆਪਣੇ ਪੈਸੇ ਲਾ ਕੇ ਇੱਥੇ ਕੈਨੇਡਾ ਦੇ ਵਿੱਚ ਪ੍ਰੋਪਰਟੀਆਂ ਬਾਏ ਕਰ ਰਹੇ ਸੀ ਤੇ ਗਵਰਨਮੈਂਟ ਨੇ ਪ੍ਰੋਪਰਟੀ ਮਾਰਕੀਟ ਨੂੰ ਸਟੇਬਲ ਕਰਨ ਦੇ ਵਾਸਤੇ ਇਹ ਰੂਲ ਲਾਇਆ। ਤੇ ਮੈਂ ਇਹ ਐਡਵਾਈਸ ਕਰਾਂਗਾ ਕਿ ਜਦੋਂ ਤੁਹਾਡੇ ਕੋਲ ਕੋਈ ਇਨਵੈਸਟਮੈਂਟ ਦਾ ਪੈਸਾ ਹੈਗਾ, ਦਿਸ ਇਜ਼ ਨਾਟ ਦ ਰਾਈਟ ਟਾਈਮ ਟੂ ਇਨਵੈਸਟ, ਬਿਕਾਜ਼ ਇਸ ਵਕਤ ਇੰਟਰਸਟ ਰੇਟ ਵੀ ਕਾਫੀ ਕੈਨੇਡਾ ਦੇ ਵਿੱਚ ਵਧਿਆ ਹੋਇਆ ਹੈ, ਪਲੱਸ ਜਿਹੜਾ ਤੁਹਾਡਾ ਟੈਕਸ ਹੈਗਾ ਪ੍ਰੋਪਰਟੀ ਦੇ ਉੱਤੇ ਉਹ ਵੀ 26% ਹੈਗਾ। ਅਗਰ ਤੁਸੀਂ ਤੁਹਾਡਾ ਅਗਰ ਇਹ ਪਲਾਨ ਹੈਗਾ ਕਿ ਤੁਸੀਂ ਇੱਥੇ ਆ ਕੇ LMIA ਬਾਏ ਕਰ ਲਓ, ਜਾਂ ਅਗਰ ਤੁਸੀਂ ਸਟੂਡੈਂਟ ਵੀਜ਼ਾ ਤੇ ਆਉਂਦੇ ਹੋ ਉਹਨੂੰ ਤੁਸੀਂ PR ਤੇ ਕਨਵਰਟ ਕਰਾ ਲਓ, ਫਿਰ ਪ੍ਰੋਪਰਟੀ ਲੈਣਾ ਤੁਹਾਡੇ ਲਈ ਕਾਫੀ ਆਸਾਨ ਹੋ ਜਾਂਦਾ, ਕਿਉਂਕਿ ਬਹੁਤ ਸਾਰੇ ਟੈਕਸ ਦੇ ਬ੍ਰੈਕਟ ਜਿਹੜੇ ਹੋਗੇ ਉਹਨਾਂ ਨੂੰ ਤੁਸੀਂ ਸਕਿਪ ਕਰ ਦਿੰਦੇ ਹੋ। ਤੇ ਮੇਰੀ ਐਡਵਾਈਸ ਇਹ ਹੋਗੀ ਕਿ ਜਦੋਂ ਕੋਈ ਵਿਜ਼ਿਟਰ ਇਹ ਸੋਚ ਰਿਹਾ ਹੈ ਕਿ ਆਪਾਂ ਇੱਥੇ ਕੈਨੇਡਾ ਤੇ ਆ ਕੇ ਪ੍ਰੋਪਰਟੀ ਤੇ ਇਨਵੈਸਟ ਕਰ ਲਈਏ ਤੇ ਉਸ ਦੀ ਬੇਸ ਤੇ ਸਾਨੂੰ PR ਮਿਲ ਜਾਏਗਾ, ਇਹਦਾ ਵੀ ਕੋਈ ਇੱਥੇ ਗਾਰੰਟੀ ਨਹੀਂ ਹੈਗੀ ਹੈ, ਕਿਉਂਕਿ PR ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦਾ ਪੂਰਾ ਪ੍ਰੋਸੈਸ ਹੈਗਾ, ਉਹ ਡਿਫਰੈਂਟ ਚੀਜ਼ ਹੈਗੀ ਹੈ। ਇੱਥੇ ਕਾਰ ਬਾਏ ਕਰਨਾ ਜਾਂ ਪ੍ਰੋਪਰਟੀ ਬਾਏ ਕਰਨਾ ਉਹ ਡਿਫਰੈਂਟ ਚੀਜ਼ ਹੈਗੀ ਹੈ, ਉਹਦਾ ਇਮੀਗ੍ਰੇਸ਼ਨ ਨਾਲ ਕੋਈ ਤਾਲੁਕ ਨਹੀਂ ਹੈ। ਜਦੋਂ ਤੁਸੀਂ ਇੱਥੇ ਘਰ ਬਾਏ ਕਰਾ, ਇਹ ਬੇਸ਼ੱਕ ਤੁਹਾਡਾ ਇਹ ਇੱਥੇ ਐਸੈਟ ਜ਼ਰੂਰ ਕੰਸੀਡਰ ਹੋ ਸਕਦਾ ਹੈ, ਬਟ ਉਹਦੇ ਉੱਤੇ ਤੁਹਾਨੂੰ PR ਮਿਲ ਜਾਏ ਜਾਂ ਕੈਨੇਡਾ ਤੁਸੀਂ ਪੱਕੇ ਹੋ ਜਾ, ਇਹਦੀ ਕੋਈ ਗਾਰੰਟੀ ਨਹੀਂ ਹੈਗੀ ਹੈ। ਉਹ ਤੁਸੀਂ ਇੱਥੇ ਆ ਕੇ ਆਪਣੇ ਪ੍ਰੋਫੈਸ਼ਨ ਜਾਂ ਆਪਣੀ ਐਜੂਕੇਸ਼ਨ ਦੇ ਵੱਲੋਂ ਤੁਸੀਂ ਕੁਆਲੀਫਾਈ ਕਰਨਾ ਹੀ ਪੈਣਾ ਹੈ। ਡਿਪੈਂਡ ਕਰਦਾ ਤੁਹਾਡਾ ਕੀ ਪ੍ਰੋਫੈਸ਼ਨ ਹੈਗਾ, ਤੁਸੀਂ ਇੰਜੀਨੀਅਰ ਹੋ, ਡਾਕਟਰ ਹੋ, ਉਹ ਹੀ ਹੈਗਾ ਕਿ ਤੁਸੀਂ ਇੱਥੇ ਆ ਕੇ ਐਜ਼ ਅ ਲੋਕਲ ਫਿਰ ਦੁਬਾਰਾ ਤੁਸੀਂ ਉਹ ਇਮੀਗ੍ਰੇਸ਼ਨ ਦੇ ਪੂਲ ਦੇ ਵਿੱਚ ਜਾਓ, ਐਕਸਪ੍ਰੈਸ ਐਂਟਰੀ ਕੈਨੇਡਾ ਤੋਂ ਬੈਠ ਕੇ ਅਪਲਾਈ ਕਰੋ, ਫਿਰ ਤੁਸੀਂ PR ਦੇ ਵੱਲੋਂ ਕੁਆਲੀਫਾਈ ਕਰੋ ਤੇ ਇੱਥੇ ਪੱਕੇ ਹੋ ਜਾਓ। ਘਰ ਬਾਏ ਕਰਨ ਤੋਂ ਬਾਅਦ ਕੈਨੇਡਾ ਦੇ ਵਿੱਚ ਪੱਕੇ ਹੋਣ ਦੀ ਕੋਈ ਗਾਰੰਟੀ ਨਹੀਂ। ਤੇ ਇਹ 3 ਸਵਾਲ ਸੀ ਜਿਹੜੇ ਮੇਰੇ ਵੀਰ ਮੈਨੂੰ ਪੁੱਛਦੇ ਨੇ, ਤੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਵੀ ਸਾਡੇ ਪੰਜਾਬੀਆਂ ਦੇ ਜੋ ਵੀ ਸਵਾਲ ਹੈਗੇ ਨੇ ਉਹ ਮੈਨੂੰ ਇਨਬਾਕਸ ਤੇ ਪੁੱਛੇ ਤੇ ਮੈਂ ਉਹਨੂੰ ਪੰਜਾਬੀਆਂ ਦੇ ਵਿੱਚ ਹੀ ਐਡਰੈਸ ਕਰਾਂ। ਤੁਹਾਡੇ ਸਪੋਰਟ ਦਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਗੇ ਵੀ ਤੁਹਾਡਾ ਕੋਈ ਸਵਾਲ ਹੋ ਤੁਸੀਂ ਮੈਨੂੰ ਇਨਬਾਕਸ ਕਰ ਸਕਦੇ ਹੋ। ਧੰਨਵਾਦ।